एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच नानक गुरु गोबिंद सिंह पूर्ण हर अवतार जगमग जोत विराज ही श्री गुरु ग्रंथ मजार पूर्ण देखो आत्मा द्वैत सर्व निवार ऐ शांत मन संत जिह तिह पद नमो हमार मुकु जय शास्त्र खट तिंग गिरन चढ़ जाय अंध लखै बदरो सुनह जो काल कृपा कराय कहाँ बुद्ध द्रव तुच्छ हमारी मरण सकै महिमा जो तिहारी हम ना सगत कर सिद्ध तुम्हारी आप लिखो तुम कथा सुधारी सो कहो डल गुर सेविय कहने सहज सुभाय दर्शन बरसे गुरु के जन्म मरण दुख जाय दर्शन बरसे गुरु के जन्म मरण दुख जाय सतनाम श्री वाहेगुरु साहिब जी जैतसरी महला पंजवा वार सलोका नाल एक ओंकार सतगुर प्रसाद सलोक आद पूरन मद पूरन अंत पूरन परमेश्वर है सिमरंत संत सर्वत्र रमणं नानक आगनासन जगदीश्वर है आद पूरन मद पूरन अंत पूरन परमेश्वर है सिमरंत संत सर्वत्र रमणं नानक आग नासन जगदीश्वर है देखन सुनन सुनावन मन मह दृढ़ साच पूर रहियो सर्वत्र में नानक हर रंग राज पौड़ी हर एक निरंजन गाइय सब अंतर सोई करण कारण समर्थ प्रभ जो करे सो होई खिन मह थाप उथाप दा तिस बिन नहीं कोई खंड ब्रह्मांड पाताल दीप रवया सब लोई जिस आप बुझाए सो बुझसी निर्मल जन सोई खंड ब्रह्मांड पाताल दीप रवया सब लोई जिस आप बुझाए सो बुझसी निर्मल जन सोई। वाहिगुरु जी का खालसा वाहिगुरु जी की फतेह। परम सत्कारयोग गुरु साहब जी की
ਸਾਜੇ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਵਿਚਾਰ ਦੀ ਸਮਝ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਤਾਂ ਲੈਂਦੀ ਨਹੀਂ ਹੈ। ਯਾਤਨਾ ਕਰੀਏ, ਮਹਾਰਾਜ ਕਿਰਪਾ ਕਰੋ, ਸਾਨੂੰ ਆਪ ਜੀ ਦੀ ਅਗਾਧ ਬੋਧ ਬਾਣੀ ਦੁਆਰਾ ਆਪਣੇ ਆਪੇ ਦਾ ਗਿਆਨ ਹੋ ਸਕੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 22-12 ਅੰਕ ਕੀਤੇ ਹੋਏ ਤੇ 22-12 ਦੀਆਂ 9 ਧੁਨੀਆਂ ਛੇਵੇਂ ਪਾਤਸ਼ਾਹ ਨੇ ਚਾੜੀਆਂ ਹੋਈਆਂ ਤੇ 12 ਸੂਰਮਿਆਂ ਦੇ ਇੱਕ ਦੂਜੇ ਤੇ ਪ੍ਰਹਾਰ ਕਰਨ ਦਾ ਹੁੰਦਾ ਹੈ। ਤੇ ਜਿੱਥੇ ਦੋ ਤਰ੍ਹਾਂ ਲੜਦੀਆਂ ਹੋਣ, ਉਹਨੂੰ ਕਹਿੰਦੇ ਸੂਰਮਿਆਂ ਤੋਂ ਵਾਰ ਕਰ ਰਹੇ। ਤੇ ਇਸ ਕਰਕੇ ਮੋਹ ਤੇ ਵਿਵੇਕ ਦੀ ਲੜਾਈ ਹੈ ਅੰਤਰੀਵ, ਜਿਹਦੇ ਵਿੱਚ ਮੋਹ ਦੀ ਹਾਰ ਹੈ, ਵਿਵੇਕ ਦੀ ਜਿੱਤ ਹੈ। ਤੇ ਇਸ ਕਰਕੇ ਇਹ ਫਿਰ ਅੰਤਰੀਵ ਵਾਰ ਇਸ ਤਰ੍ਹਾਂ ਦੀ ਉਚਾਰਨ ਕਰੀ ਹੋਈ ਹੈ ਮਹਾਰਾਜ ਸਾਹਿਬ ਜੀ ਨੇ। ਇਹਦੀ ਕੁਝ ਉਥਾਨਕਾ ਹੈ ਕਿ ਵਿਜੇ ਰਾਮ ਪੰਡਤ ਬੜਾ ਭਾਰੀ ਵਿਦਵਾਨ ਸੀ, ਕਾਂਸ਼ੀ ਦਾ ਪੜ੍ਹਿਆ ਹੋਇਆ। ਮਹਾਰਾਜ ਸਾਹਿਬ ਦਾ ਜਸ ਸੁਣਿਆ, ਉਹ ਗਰੀਬਨਵਾਜ ਸਤਿਗੁਰੂ ਦੇ ਚਰਨਾਂ 'ਚ ਹਾਜ਼ਰ ਹੋਇਆ ਅੰਮ੍ਰਿਤਸਰ ਸਾਹਿਬ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਉਹਦੇ ਨਾਲੋਂ ਵੀ ਦੁਗਣਾ ਚੌਗਣਾ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਪ੍ਰਭਾਵਿਤ ਹੋਇਆ। ਫਿਰ ਉਹਨੇ ਬੇਨਤੀ ਕੀਤੀ, ਗਰੀਬਨਵਾਜ, ਸਾਡੇ ਹਿੰਦੂ ਧਰਮ ਦੇ ਵਿੱਚ ਸਨਾਤਨ ਮਤ ਦੇ ਵਿੱਚ ਇਹ ਵਿਚਾਰ ਕਰੀ ਆਉਂਦੀ ਹੈ ਕਿ ਜਦੋਂ ਕੋਈ ਪ੍ਰਾਣੀ ਚੜਾਈ ਕਰਦਾ ਹੈ, ਉਹਦੇ ਜਿਹੜੇ ਮਰਨ ਤੋਂ ਪਾਤਕ ਹੋਇਆ ਹੈ, ਅਪਵਿੱਤਰਤਾ ਹੋਈ ਹੈ, ਉਹਨੂੰ ਦੂਰ ਕਰਨ ਵਾਸਤੇ ਸਾਡੇ ਮਹਾਰਾਜ ਇਹ ਵਿਧਾਨ ਹੈ ਵੀ ਜੇ ਤਾਂ ਸ਼ੂਦਰ ਮਰਿਆ ਹੋਵੇ ਤਾਂ ਫਿਰ ਇਹ ਪਾਤਕ ਦੀ ਜਿਹੜੀ ਅਪਵਿੱਤਰਤਾ ਹੈ ਇਹ 30 ਦਿਨ ਰਹਿੰਦੀ ਹੈ ਜਾਂ 40 ਦਿਨ ਵੀ ਕਿਸੇ ਨੇ ਕਿਹਾ। ਇਸ ਕਰਕੇ ਫਿਰ ਅਸੀਂ ਇਹ ਵਿਧਾਨ ਹੈ ਕਿ ਜੇ ਫਿਰ ਵੈਸ਼ ਮਰਿਆ ਹੋਵੇ ਉਹਦਾ 17, ਛਤਰੀ ਮਰਿਆ ਹੋਵੇ 13, ਤੇ ਜੇ ਬ੍ਰਾਹਮਣ ਮਰ ਜਾਏ ਉਹਦਾ 12। ਮਹਾਰਾਜ ਕਹਿੰਦੇ ਵੀ ਇਹ ਵਿਤਕਰਾ ਕਿਉਂ ਹੈ? ਕਹਿੰਦੇ ਜੀ ਬ੍ਰਾਹਮਣ ਸਾਰਿਆਂ ਤੋਂ ਪਵਿੱਤਰ ਹੈ, ਇਸ ਕਰਕੇ ਉਹ ਪਹਿਲੇ ਹੀ ਪਵਿੱਤਰ ਹੋਣ ਕਰਕੇ ਉਹ ਬਹੁਤੀ ਪਵਿੱਤਰਤਾ ਨਹੀਂ ਹੈ, ਬਹੁਤੀ ਪਵਿੱਤਰਤਾ ਕੇ ਸ਼ੂਦਰ। ਤੇ ਦੂਸਰਾ ਫਿਰ ਅਸੀਂ ਗਰੜ ਪ੍ਰਾਣ ਦੀ ਕਥਾ, ਉਹ ਮਰੇ ਪ੍ਰਾਣੀ ਦੇ ਨਿਮਿਤ ਜਿੱਥੇ ਕੋਈ ਮਰ ਗਿਆ ਗਰੜ ਪ੍ਰਾਣ ਦੀ ਕਥਾ ਕਰਾਉਂਦੇ ਆ। ਤੇ ਉਹਦੇ ਦੋ ਭਾਵ ਨੇ, ਇੱਕ ਤਾਂ ਉਹ ਕਥਾ ਦਾ ਮਹਾਤਮਾ ਪ੍ਰਾਪਤ ਹੋਵੇ, ਪਰਲੋਕ ਦੇ ਜਿੱਥੇ ਚਲਿਆ ਗਿਆ ਉਹਦਾ ਭਲਾ ਹੁੰਦਾ। ਦੂਸਰਾ ਜਿਹੜੇ ਕਥਾ ਸੁਣਨਗੇ ਉਸ ਵੇਲੇ ਮਨ ਵਿਰਾਗ ਚ ਹੁੰਦਾ, ਉਹਨਾਂ ਨੂੰ ਪਰਲੋਕ ਦਾ ਭੈ ਦੇ ਕੇ ਮਾੜਿਆਂ ਕੰਮਾਂ ਤੋਂ ਬਚਾਉਣੇ। ਮਾਰੇ ਕਹਿੰਦੇ ਚਲੋ ਇਹ ਤਾਂ ਗੱਲ ਠੀਕ ਹੈ ਤੁਹਾਡੀ, ਪਰ ਜਿਹੜਾ ਵਿਤਕਰਾ ਹੈ ਮਨੁੱਖ ਦੇ ਵਿੱਚ ਵੀ ਸਾਡੇ ਤਾਂ ਇਹ ਹੈ ਨਹੀਂ। ਕਹਿੰਦਾ ਮਹਾਰਾਜ ਮੈਂ ਇਹੀ ਸੋਚਦਾ ਵੀ ਤੁਹਾਡੇ ਸਿੱਖਾਂ ਦਾ ਭਲਾ ਕਿਵੇਂ ਹੋਊਗਾ। ਮਹਾਰਾਜ ਕਹਿੰਦੇ ਗੁਰੂ ਸਾਹਿਬ ਦਾ ਸਿਧਾਂਤ ਜਿਹੜਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਤੋਂ ਸਮਝ, 4 ਵਰਨਾਂ ਦੀ ਸਾਂਝ ਹੈ। ਇੱਥੇ ਤਾਂ ਕੋਈ ਵਿਤਕਰਾ ਨਹੀਂ ਹੈ। ਰਹੀ ਗੱਲ ਗੁਰਸਿੱਖਾਂ ਦੇ ਉਧਾਰ ਦੀ, ਕਹਿੰਦੇ ਭਾਈ ਤਾਂ ਬਾਣੀ ਪੜ੍ਹਨ ਵੇਲੇ ਗੁਰਸਿੱਖ ਜਿਹੜਾ ਆਪ ਵੀ ਤਰਦਾ ਹੋਰਨਾਂ ਨੂੰ ਵੀ ਤਰ ਲੈਂਦਾ। ਪਰ ਜੇ ਤੁਸੀਂ ਐਸੇ ਮੰਨਦੇ ਹੋ, ਮਹਾਰਾਜ ਨਾਲੇ ਤਾਂ ਉਪਦੇਸ਼ ਦਿੰਦੇ ਗਏ ਤੇ ਨਾਲੇ ਬਾਣੀ ਉਚਾਰਨ ਕਰਦੇ ਗਏ। 20 ਸ਼ਲੋਕ ਉਚਾਰਨ ਕੀਤੇ ਇਸ ਵਾਰ ਦੇ। ਕਹਿੰਦੇ ਹੈ ਵਿਜੇ ਰਾਮ ਪੰਡਤ, ਕਹਿੰਦੇ ਅੱਜ ਤੋਂ ਵਿਧਾਨ ਬਣ ਦਿੱਤਾ। ਇਹ ਵੈਸੇ ਤਾਂ ਵੱਡਿਆਂ ਗੁਰੂ ਨੇ ਪਹਿਲੀ ਬੰਨਿਆ ਹੋਇਆ ਹੈ,
अंत है सतगुरु बोलिया मैं पीछे कीर्तन करो निर्वाण जियो केसो गोपाल पंडित सदियो हर हर कथा पढ़े पुराण जी। ते महाराज साहब जी ने सतगुरु भाने अपने वह परिवार सदाया मत में पीछे कोई रोह सी सो मैं मूल न पाया। करना की है भी कथा कीर्तन का ये विधान महाराज का बनिया हुआ। गुरु नानक साहब ने ये सिक्खी पंथ तोड़िया। उन्होंने कहता दीवा मेरा एक नाम दुख विच पाया तेल उन चानन वो सोख्या चूका जम सो मेल। मेहता जी के प्राण त्यागण तो जदों मनमतियां ने इकट्ठे होकर कहा भी पिंड भराओ ऐसा करो महाराज ने उदों गुरु नानक साहब ने ये मरण काल की मर्यादा उदों तो ही बन दी है। विजय राम पंडित भी चलो तू जो सवाल किया महाराज जी महिमा करते गए उपदेश देंदे गए संगत बैठी सी कहते लै हुण ये विधान बन दिता कि जदों कोई प्राणी चढ़ाई करे भी तुहाडे तां है कि भी जिहड़ा शूद्र वैस ते छतरी आद ते ब्राह्मण आद ये तुसीं पवित्रता जाति ते ज़्यादा ते थोड़ी बनी है। साढ़े जिहड़े सिक्खी धारण कर ली वो ब्राह्मणों नालों भी पवित्र है। इस करके तुसीं 12 मनाउंदे आ ये दशहरा मनाया करना। 2 श्लोक रोज़ उन्होंने की कथा ते इस बार का पाठ मृतक प्राणी के प्रताएं होएगा। जे वो किसी गलती के कारण नरक च भी चलिया गया तो नरक चों धो के कढ़ लेगी बाणी धर्मराज को छड्डना पएगा। ये प्रताप इस बाणी का होया। ते महाराज साहब जी ने फिर ये जैसा कथन किया आओ मन विरती इकागर करके सुनो जी। जय श्री सतनाम श्री वाहिगुरु साहिब जी। जैत सरी महला पंजवा वार श्लोका नाल। जैत श्री ये रागणी है 5वें पातशाह का ये पावन अमृत वचन है। कई बार जड़ियां श्लोकों तो बिना होंदियां सत्ते बंडे की बलवार जी सत्ते बलवंडे की वार है वो कोई श्लोक नहीं है। बसंत की वार है वो कोई श्लोक नहीं है। ये सूचना दी है भी वार के नाल श्लोक भी नाल लिखे हुए। श्लोक और महले ये भी गुरु अर्जन देव जी ने। वार ना पौड़ी का पौड़ियां भी गुरु अर्जन देव जी ने। तो इस प्रकार महाराज साहब ने करते पहला मंगल करते हमने एक ओंकार सतगुर प्रसाद। ते महाराज साहब जी ने यह 524 बार मंगल करते गुरु ग्रंथ साहब जी। एक अद्वितीय ओंकार सर्व का प्रकाशक सतनाश तो रहत गुर चेतन प्रसाद आनंद स्वरूप। ये ब्रह्म के विशेषण। प्राप्ति कैसे होती है? सतगुर प्रसाद। सतगुरां की प्रसाद नाम कृपा है। सतगुरां की कृपा होवे तो ऐसे ब्रह्म की प्राप्ति होगी। तो अगे महाराज साहब जी सूत्र रूप करके जड़ी बाणी होवे अखर थोड़े होण सिद्धांत वध होवे उन्होंने श्लोक कहते। श्लोक एक 4 मुक्तियां दे चों मुक्ति भी है। श्लोक स्वरूप समीप स्वर ये 4 मुक्तियां ये छोटियां मुक्तियां। इन्हों कहा महाराज साहब जी ने सिख वाल इशारा किया कहते जिहड़े ज्ञानवान है मुक्त बड़ी भी ज्ञानी त्याग है वो किहड़ियां मुक्तियां वैकुंठ दीयां जिहड़ियां छोटियां मुक्तियां। जिहड़ी कैवल मोक्ष है ये तो भाई इच्छा फिर सारे गुरसिखां नूं। कई बार असीं छोटी छोटी गल जोड़ जाते हैं जी। एक थां तां लिखिया भी मुक्त का त्याग लिखिया होया है राज ना चाहो मुक्त ना चाहो। वो ए मुक्ति दीयां जिहड़ियां 4 मुक्तियां जिहड़ियां ये नहीं चाहुंदा कुछ। कैवल मोक्ष होंदा है। कैवल मोक्ष जिहड़ा जिउं जल में जल आए खटाना तू ज्योति संग जो समाना मिट के गौरव पाए विश्राम। ये तो मुक्ति सारे चाहते हैं गुरसिख। तो इस करके श्लोक की गुना मुक्तियां दे विच भी है सोए लोग जिहड़ा अपना लोग ओदी प्राप्ति कराउण वाली जो बाणी होवे। निज कर महल पाओ सुसहजे गौर न होए गो फेरा उन्होंने कहते हैं श्लोक। अगे महाराज जी कथन करते हैं श्लोक
ਆਦ ਪੂਰਨ ਮਦ ਪੂਰਨ। ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ, ਉਹ ਵੀਰ ਪੰਡਤ ਨੇ ਕਿਹਾ ਸੀ, ਮਹਾਰਾਜ ਜਿਹੜੀ ਤੁਸੀਂ ਇਹ ਬਾਣੀ ਰਚ ਰਹੇ ਹੋ ਇਹਦੇ ਵਿੱਚ ਕੀ ਕਥਨ ਹੈ? ਮਹਾਰਾਜ ਕਹਿੰਦੇ ਆਦ ਜਪਜੀ ਸਾਹਿਬ ਬਾਣੀ ਹੈ, ਜਿਹੜੀ ਆਦ ਬਾਣੀ ਉਹਦੇ ਵਿੱਚ ਵੀ ਬ੍ਰਹਮ ਦਾ ਹੀ ਕਥਨ ਹੈ ਵੀ ਉਹ ਪਰਮੇਸ਼ਰ ਸਾਰੇ ਪਰਿਪੂਰਨ ਹੈ, ਤੂੰ ਸਦਾ ਸਲਾਮਤ ਨਿਰੰਕਾਰ ਕਿਹਾ ਹੈ। ਤੇ ਆਦ ਵਿੱਚ ਵੀ ਅਸੀਂ ਉਸ ਪਰਮੇਸ਼ਰ ਵਾਹਿਗੁਰੂ ਦਾ ਹੀ ਕਥਨ ਕੀਤਾ ਹੈ। ਤੇ ਮਦ, ਤੇ ਹੁਣ ਇਹ ਬਾਣੀ ਮਦ ਵਿੱਚ ਆ ਗਈ ਸੀ ਜਦੋਂ ਵਿਜੈ ਰਾਮ ਪੰਡਤ ਕਹਿੰਦੇ ਵੀ ਇੰਨੀ ਬਾਣੀ ਅਜੇ ਹੋਰ ਉਚਾਰਨ ਕਰਨੀ। ਗੁਰੂ ਸਾਹਿਬਾਂ ਦੀ ਉਚਾਰਨ ਕੀਤੀ ਹੈ, ਉਹ ਸੰਗ੍ਰਹਿ ਕਰਕੇ ਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਸਰੂਪ ਸੰਪਾਦਨ ਕਰ ਰਹੇ ਸੀ ਨਾ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ ਮੱਧ ਵਿੱਚ ਵੀ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਤੁਸੀਂ ਆ ਕੇ ਸ਼ੰਕਾ ਕੀਤੀ ਹੈ, ਇਹਦੇ ਵਿੱਚ ਮੱਧ ਦੇ ਵਿੱਚ ਜਿਹੜੀ ਅਖੀਰਲੀ ਵਿਚਾਰ ਹੈ, ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ, ਇਹਦੇ ਵਿੱਚ ਵੀ ਅਸੀਂ ਪਰਮੇਸ਼ਰ ਦੇ ਨਾਮ ਦਾ ਹੀ ਕਥਨ ਕੀਤਾ ਹੈ, ਵਿਆਪਕਤਾ ਦੀ ਗੱਲ ਕੀਤੀ ਹੈ। ਕਹਿੰਦੇ ਅੰਤ ਦੇ ਵਿੱਚ ਵੀ ਜਿੱਥੇ ਸਮਾਪਤੀ ਕਰਾਂਗੇ, ਹਾਂਜੀ ਬੋਲ, ਅੰਤ ਪੂਰਨ ਪਰਮੇਸ਼ਵਰ ਹੈ। ਅੰਤ ਦੇ ਵਿੱਚ ਵੀ ਪਰਮ ਈਸ਼ਵਰ ਵਾਹਿਗੁਰੂ ਦਾ ਹੀ ਕਥਨ ਕਰਾਂਗੇ, ਨਾਮ ਦਾ ਹੀ ਕਥਨ ਹੈ ਬਾਣੀ ਦੇ ਵਿੱਚ। ਤੇ ਆਦ ਪੂਰਨ, ਸੰਸਾਰ ਦੇ ਆਦ ਕਾਲ ਦੇ ਵਿੱਚ ਪਰਮਾਤਮਾ ਪਰਿਪੂਰਨ ਸੀ। ਮੱਧ ਪੂਰਨ, ਜਦੋਂ ਸੰਸਾਰ ਰਚਿਆ ਗਿਆ ਤੇ ਉਸ ਵੇਲੇ ਵੀ ਪਰਿਪੂਰਨ ਹੈ। ਜਦੋਂ ਸੰਸਾਰ ਨਹੀਂ ਰਹੇਗਾ, ਅੰਤ ਪੂਰਨ ਪਰਮੇਸ਼ਰ ਹੈ, ਪਰਮੇਸ਼ਰ ਤਾਂ ਵੀ ਉਸੇ ਤਰ੍ਹਾਂ ਪਰਿਪੂਰਨ ਰਹੇਗਾ। ਤੇ ਆਦ ਪੂਰਨ, ਜਿਸ ਵੇਲੇ ਅਭਿਆਕਿਰਤ ਜਿਹੜੇ ਸਾਧ ਜੀ ਇਹਦੀ ਬਣਤਰ ਅਕਾਲ ਪੁਰਖ ਵਾਹਿਗੁਰੂ ਦੀ ਹੈ ਨਾ, ਜਿਹੜਾ ਸਕੋਪ ਦੀ ਅਵਸਥਾ ਦਾ ਅਭਿਮਾਨੀ ਦੇਵ ਹੈ, ਤੇ ਇਹਨੂੰ ਰਚਨ ਤੋਂ ਪਹਿਲਾਂ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਪਰਿਪੂਰਨ ਸੀ। ਤੇ ਜਿਸ ਵੇਲੇ ਅਭਿਆਕਿਰਤ ਜਿਹੜਾ ਸਾਧ ਸੀ, ਈਸ਼ਵਰ ਦਾ ਵਾਚਿਆ ਅਰਥ ਸਮਝਣਾ, ਤੇ ਜਿਹੜਾ ਸਾਰਿਆਂ ਦੇ ਸਕੋਪ ਦੀ ਅਵਸਥਾ ਦਾ ਅਭਿਮਾਨੀ ਦੇਵ ਹੈ, ਉਹਨੂੰ ਅਭਿਆਕਿਰਤ ਕਹਿੰਦੇ। ਕਹਿੰਦੇ ਫਿਰ ਜਦੋਂ ਮੱਧ ਪੂਰਨ, ਇਸ ਤੋਂ ਬਾਅਦ ਸਾਧ ਸੰਗੀਤ ਜਾਂ ਸਾਰਿਆਂ ਦੀ ਸੁਪਨ ਅਵਸਥਾ ਦਾ ਜਿਹੜਾ ਅਭਿਮਾਨੀ ਦੇਵ, ਉਹਨੂੰ ਹਿਰਨ ਗਰਭ ਕਹਿੰਦੇ ਹੈ। ਇਹ ਬੋਲੀ ਹੈ ਵਿਦਵਾਨਾਂ ਦੇ ਅੰਦਰ, ਸੰਸਕ੍ਰਿਤ ਦੇ ਵਿੱਚ ਐਸੀ ਬਾਤ ਹੈ। ਕਹਿੰਦੇ ਉਸ ਵੇਲੇ ਵੀ ਵਾਹਿਗੁਰੂ ਪਰਿਪੂਰਨ ਹੈ। ਤੇ ਜਿਹੜਾ ਸਾਰਿਆਂ ਦੀ ਸੁਪਨ ਅਵਸਥਾ ਦਾ ਅਭਿਮਾਨੀ ਦੇਵ ਹੈ, ਤੇ ਉਹਦਾ ਨਾਮ ਸਾਧ ਸੰਗੀਤ ਹਿਰਨ ਗਰਭ ਕਹਿੰਦੇ, ਸਭ ਨੂੰ ਪ੍ਰਕਾਸ਼ਾਂ ਵਾਲਾ ਹੈ। ਉਹ ਤੋਂ ਬਿਨਾਂ ਸੁਪਨਾ ਹੀ ਨਹੀਂ ਆ ਸਕਦਾ। ਇਹ ਸਮਸ਼ਟੀ ਵਿਅਸ਼ਟੀ ਭੇਦ ਕਹਿੰਦੇ ਨੇ, ਇਹ ਸਮਸ਼ਟੀ ਰੂਪ ਕਰਕੇ ਕਥਨ ਕਰ ਰਹੇ ਹੈ। ਤੇ ਅੰਤ ਪੂਰਨ ਪਰਮੇਸ਼ਰ ਹੈ। ਅੰਤ ਨੂੰ ਜਿਹੜਾ ਵੈਸਵਾ ਨਾਲ ਕਹਿੰਦੇ ਆ, ਜਾਂ ਵਿਰਾਟ ਹੈ, ਜਿਹੜਾ ਸਾਰਿਆਂ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਦੇਵ ਜਿਹੜਾ ਹੈ, ਕਹਿੰਦੇ ਜਦੋਂ ਉਹ ਨਹੀਂ ਰਹੇਗਾ, ਪਰਮਾਤਮਾ ਤਾਂ ਵੀ ਪਰਿਪੂਰਨ ਰਹੇਗਾ। तो इस करके है आद पूर्ण मद पूर्ण अंत पूर्ण परमेश्वर है। जिस वेले साध संगीत परमेश्वर वाहिगुरु ने रचना रची है, ब्रह्मा विष्णु सिद्धि आदि देवी साध संगीत को पहला परिपूर्ण सी रच के परिपूर्ण है, अंत में भी परिपूर्ण है। ऐसा जिहड़ा व्यापक वाहिगुरु है, सिमरंत संत सर्वत्र रमणम, ते है तो सारी जगह रमणम, रमण राम ते राम कहायो, सारी जगह रमण कर रहे हैं, रमया होया। ते ऐसा जिहड़ा वाहिगुरु है, ते जिहड़ा सर्वत्र रमण सारी जगह रमया, ते संत शांत आत्मा सतपुरुष सिमरंत ਉਹਦਾ ਹੀ ਸਿਮਰਨ ਕਰਦੇ ਨੇ। ਉਹ ਜਿਹੜਾ ਐਸਾ ਵਾਹਿਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਨਾਨਕ ਅਗਨਾਸਨ ਜਗਦੀਸ਼ਵਰ ਹੈ। ਮਾਰੇ ਮੇਰੇ ਅਗ ਨਾਮ ਹੈ ਪਾਪਾਂ ਦਾ, ਪਾਪਾਂ ਦਾ ਨਾਸ਼ ਵਾਹਿਗੁਰੂ ਦਾ ਨਾਮ ਹੈ। ਜਗਤ ਦੀ ਈਸ਼ਵਰ ਜਗਤ ਦਾ ਈਸ਼ਵਰ ਹੈ ਜੋ, ਤੇ ਐਸਾ ਪਰਮੇਸ਼ਰ ਵਾਹਿਗੁਰੂ, ਇਹ ਜਿਹੜਾ ਆਦ ਪੂਰਨ ਵਦ ਪੂਰਨ, ਤੇ ਇਹਦੇ ਵਿੱਚ ਸ਼ਾਂਤੇਵ ਜੀ ਸੰਦੋਖ ਉਪਨਿਸ਼ਦ ਹੈ, ਤੇ ਉਹਦੇ ਚ ਉਦਿਆਲ ਕ੍ਰਿਸ਼ੀ ਆਪਣੇ ਪੁੱਤਰ ਸਮੇਤ ਕੀਰਤਨ ਨੂੰ ਉਪਦੇਸ਼ ਦਿੰਦਾ ਹੈ।
वो कहता पुत्र जिहड़े महावाक हैं ਇਹਦਾ मैं तेनों उपदेश देना। ब्रह्म ज्ञान कराया सी उन्हें अपने पुत्र को। वो कहता भी जिहड़ा सरवण है सुनना है ये खट आंगन पहला कोई समझ ले तो तेरा सुनिया सफला होगा। सुनने वाले उसाद संगी जो यही नहीं पता भी सुन दे पक्ष गए न कै अंगने दे सुधे सिद्ध सुनना एक होर बात है, मर्यादा के अनुसार सुनना होर बात है। वो कहता उपकरण उपसंहार अभ्यास अपूर्वता फल उपमति ये कहते 4 ने 6 ने। ਉਹਦੇ ਵਿੱਚ ਉਪਕਰਨ ਉਪਸੰਹਾਰ ਆਪਾਂ ਬਾਕੀ 5 ਛੱਡ ਦਈਏ ਸਮੇਂ ਅਨੁਸਾਰ ਸਮਾਪਤੀ ਕਰਨੀ ਹੈ। ਉਹਦੇ 'ਚ ਇਹ ਹੁੰਦਾ ਵੀ ਜਿੱਥੋਂ ਪ੍ਰਸੰਗ ਆਰੰਭ ਕੀਤਾ ਕੋਈ ਭਾਵੇਂ ਕਥਾਵਾਚਕ ਹੈ ਉਹਨੇ ਅਲੰਕਾਰ ਬੰਨ ਲਿਆ ਜਾਂ ਕੀਰਤਨ ਕਰਨ ਵਾਲਾ ਹੈ ਤੇ ਵਿਆਖਿਆ ਕਰਨ ਵਾਲਾ ਹੈ ਗ੍ਰੰਥ ਕਰਤਾ ਹੈ। ਉਹ ਜਿੱਥੋਂ ਆਰੰਭ ਕਰਦਾ ਹੈ अनेकों दृष्टांत प्रमाण दे के लिया के प्रसंग नूं उत्थे ही समाप्त कर देना। इहनूं कहते उपकरण उपसंहार। ते गुरु ग्रंथ साहिब महाराज की रचना महाराज साहब ने यह नियम भी पूरा किया। जिहड़ा एक ओंकार है ये तो मंगल रूप है भाई, वेदां च यह मंगल रूप है। अगे बाणी जिहड़ी शुरू होंदी है अखरां तो सस्से तो शुरू होंदी है सतनाम सस्सा अखर आ गया मूरे। ਜਦੋਂ ਮਹਾਰਾਜ ਸਾਹਿਬ ਦੀ ਸਮਾਪਤੀ ਕਰਨਗੇ ਤਾਂ ਸਭ ਤੋਂ ਅਖੀਰ ਦੇ ਸੱਸਾ ਅੱਖਰ ਵਰਤਣਗੇ। 18 ਹੈ 10 20 ਸੱਸਾ ਫੇਰ ਆ ਗਿਆ। 2 ਸੱਸਿਆਂ ਦੇ ਵਿਚਾਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿ ਉਪਕਰਨ ਉਪਸੰਹਾਰ ਦੇ ਅਨੁਸਾਰ ਜਾ ਰਹੇ। 2 ਸੱਸਿਆਂ ਨੂੰ ਇਕੱਠੇ ਕਰ ਲਈਏ ਤਾਂ ਸੱਸੀ ਬਣਦਾ ਚੰਦਰਮਾ ਦਾ ਨਾਮ ਹੈ। चंद्रमा दे विच की है मिठी मिठी ठंड है। महाराज कहते भाई ये 2 सस्यां नूं आद अंत नूं कहते इकट्ठे कर लो तुहानूं बाणी की गल समझ आ जाऊगी कि चंद्रमा की जिहड़ी ठंड है वो तो थोड़े मात्र है। ये गुरबाणी ब्रह्म ज्ञान का इस तरह का ठंड देने वाली है। चंद्रमा तो बिना पैड़ियां च रस नहीं पैंदा, फुल्लां च सुगंधी नहीं पैंदी। कहते इस तरह हिरदे रूपी फुलों की भगती की सुगंधी भरू ये चंद्रमा सस। तो इस करके यह शांति का ये भंडारा इन्ना है तो बाणी पढ़दे पढ़दे हिरदा शांत हो जाए। ये सी कुछ विचारा है हूँ आप संकेत कर लिए। हाँ जी देखण सुनन सुनावन भावें नेत्रां दे नाल वेखिए नेत्री सतगुर देखना, सुनना सरवणी सुनना गुर नाम, सुनावण जीभा दे नाल भी वाहिगुरू दा जस करना। बोलो जस जीभा दिन रात ਇਹਦੇ ਵਿੱਚ ਭਾਵੇਂ ਵੇਖਣਾ ਭਾਵੇਂ ਸੁਣਨਾ ਸੁਣਾਉਣਾ ਹੈ। ਮਨ ਮਹਿ ਦ੍ਰਿੜੀਐ ਸਾਚ ਮਨ ਦੇ ਸੱਚੇ ਵਾਹਿਗੁਰੂ ਦਾ ਦ੍ਰਿੜੀਐ ਨਾਮ ਪੱਕੇ ਕਰਨ ਦਾ ਹਿਰਦੇ 'ਚ ਨਾਮ ਨੂੰ ਪੱਕਾ ਕਰਨਾ। ਵੇਖਣ ਵਿਰਾਗ ਵਿਵੇਕ ਦੇ ਨੇਤਰਾਂ ਨੂੰ ਵੇਖਣਾ, ਸੁਣਨ ਨਿਸ਼ਚੇ ਵਿਚਾਰ ਕੇ ਕੰਨਾਂ ਦੇ ਨਾਲ ਸੁਣਨਾ। ਆਹ ਕੰਨਾਂ ਨਾਲ ਤਾਂ ਪਸ਼ੂ ਵੀ ਸੁਣੀ ਜਾਂਦੇ ਆ ਪਰ ਸਰੋਤਾ ਦਾ ਉਹ ਹੈ ਜਿਹੜਾ ਨਿਸ਼ਚੇ ਵਿਚਾਰ ਦੇ ਕੰਨ ਖੋਲ ਦੇਵੇ। वैराग विवेक के नेत्र खुलन ते बाकी रहेगा सुनावनों प्रीत रूपी जीव के नाल सुनावना करना। यह है देखन सुन सुनावनों। ये की करना है मन अंतस्करण का नाम है। सच ब्रह्म नूं दृढ़ कर लेना, निश्चा कर लेना ते इहो नाम दे विच निश्चा करना है। मन मह दृढ़िय साच मन दे विच सच परमात्मा का नाम है। त्रै काल अवद्यम सतत्यम जिहदा तिन्ना कालों च नाश नहीं होंदा उहनूं सत कहीदा है। ये सत की परिभाषा की है वेद विच कि त्रै काल अवद्यम सतत्यम जिसका तीनों कालों में बाद नहीं वो सत है ऐसा कहते हैं। अगे दसदे जे पूर रहियो सर्वत्र मैं वो सर्वत्र नाम सारियां दे विच वाहिगुरू परमेश्वर परिपूर्ण है जे। नानक हर रंग राज ਉਹਦੇ ਰੰਗ ਪ੍ਰੇਮ ਦੇ ਵਿੱਚ ਰਚਿਆ ਹੈ। ਇਹ ਉਪਦੇਸ਼ ਦਿੰਦੇ ਹਨ। ਪੌੜੀ ਅੱਗੇ ਪੌੜੀ ਕਥਨ ਕਰਦੇ ਆ ਜੀ। ਹਰ ਏਕ ਨਿਰੰਜਨ ਗਾਈਐ ਇੱਕ ਅਖੰਡ ਸਰੂਪ ਅੰਜਨ ਨਾਮ ਸੁਰਮੇ ਦਾ ਹੁੰਦਾ ਹੈ। ਸੰਗਤ ਜੀ ਸੰਗ ਜਿਹੜਾ
ਉਹਦੇ ਚੋਂ ਲੈਣੀਆਂ ਕਾਲ ਸੁਰਮਾ ਕਾਲਾ ਹੁੰਦਾ ਹੈ, ਤੇ ਮਾਇਆ ਜਿਹੜੀ ਹੈ ਉਹ ਕਾਲ ਸਰੂਪ ਹੈ, ਦਿਲਾਂ ਨੂੰ ਕਾਲੇ ਕਰਦੀ ਹੈ। ਇਸ ਕਰਕੇ ਮੂਹਰੇ ਨੰਨਾ ਲਾ ਦਿੱਤਾ। ਨੰਨੇ ਦੇ ਨਾਲ ਜਿਹੜਾ ਅਰਥ ਹੈ, ਜਿਵੇਂ ਗਿਆਨ ਦੇ ਮੂਹਰੇ ਐੜਾ ਲਾ ਦਿਆ, ਅਗਿਆਨ ਬਣ ਗਿਆ, ਉਦੋਂ ਉਲਟ ਹੋ ਗਿਆ ਨਾ। ਇਸੇ ਤਰ੍ਹਾਂ ਅੰਜਨ ਦੇ ਮੂਹਰੇ ਨਿਰ ਸ਼ਬਦ ਹੈ, ਨਿਰ ਨਾਮ ਰਹਿਤ ਹੈ, ਜਿਹੜਾ ਮਾਇਆ ਦੀ ਕਾਰਜ ਤੋਂ ਰਹਿਤ ਸ਼ੁੱਧ ਸਰੂਪ, ਉਹ ਕਹੀਏ ਨਿਰੰਜਨ। ਹਰ ਇੱਕ ਨਿਰੰਜਨ ਗਾਈਏ, ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ, ਉਹਨੂੰ ਰਾਤ ਦਿਨ ਉਸ ਵਾਹਿਗੁਰੂ ਦਾ ਜਸ ਗਾਈਏ। ਸਭ ਅੰਤਰ ਸੋਈ, ਸਾਰਿਆਂ ਦੇ ਹਿਰਦੇ ਦੇ ਅੰਦਰ ਉਹ ਸੋਈ ਵਾਹਿਗੁਰੂ ਹੀ ਹੈ ਵਿਆਪਕ। ਕਰਨ ਕਾਰਨ ਸਮਰੱਥ ਪ੍ਰਭ, ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਈ। ਕਰਨ ਕਾਰਨ ਦੇ ਵਿੱਚ ਬੜਾ ਕੁਝ ਭੇਦ ਰੱਖਿਆ ਹੈ। ਇਹ ਵਾਹਿਗੁਰੂ ਆਪ ਹੀ ਸੰਸਾਰ ਦਾ ਉਪਾਦਾਨ ਕਾਰਨ ਹੈ, ਆਪ ਹੀ ਵਾਹਿਗੁਰੂ ਨਿਮਿਤ ਕਾਰਨ ਹੈ। ਦੋ ਕਾਰਨ ਹੁੰਦੇ ਹੈ। ਉਪਾਦਾਨ ਕਾਰਨ ਕੀ ਹੈ? ਜਿਵੇਂ ਮਿੱਟੀ ਤੋਂ ਘੁਮਿਆਰ ਨੇ ਘੜਾ ਬਣਾ ਦਿੱਤਾ ਭਾਈ, ਉਹ ਘੜੇ ਦੇ ਵਿੱਚ ਮਿੱਟੀ ਉਪਾਦਾਨ ਕਾਰਨ ਹੈ। ਉਪਾਦਾਨ ਕਾਰਨ ਰੂਪ ਬਦਲਦੀ ਹੈ, ਲੇਕਿਨ ਉਹ ਆਪਣਾ ਵਾਸਤੂ ਰੂਪ ਨਹੀਂ ਛੱਡਦੀ। ਇਹਨੂੰ ਉਪਾਦਾਨ ਕਾਰਨ ਕਹਿੰਦੇ। ਨਿਮਿਤ ਕਾਰਨ ਵੀ ਘੁਮਿਆਰ, ਉਹਦਾ ਡੰਡਾ, ਉਹਦਾ ਚੱਕ, ਇਹ ਨਿਮਿਤ ਕਾਰਨ ਹੋ ਗਿਆ। ਇਹ ਸੰਸਾਰ ਜਿਹੜਾ ਘੁਮਿਆਰ ਤਾਂ ਇਹਨੂੰ ਸੰਸਾਰ ਜਿਵੇਂ ਭਾਂਡੇ ਰਚਦਾ ਹੈ, ਪਰ ਇਹ ਤਾਂ ਨਹੀਂ ਕਦੇ ਦੇਖਿਆ ਵੀ ਜਿਹੜੇ ਘੁਮਿਆਰ ਨੇ ਭਾਂਡੇ ਰਚੇ ਆ ਵੀ ਉਹ ਘੜੇ ਚੋੜਿਆ ਬੈਠਾ, ਉਹਦੇ ਵਿੱਚ ਤਾਂ ਨਹੀਂ ਹੈ, ਉਹ ਤੋਂ ਅਲੱਗ ਹੈ ਉਹ। ਪਰ ਪਰਮੇਸ਼ਰ ਵਾਹਿਗੁਰੂ ਕੈਸਾ ਹੈ? ਆਪਣੇ ਕਾਰਜ ਮੈਂ ਆਪ ਸਮਾਇਆ। ਇੱਕ ਇਸ ਤਰ੍ਹਾਂ ਹੈ, ਕਾਰਜ ਤੇ ਕਾਰਨ ਭਾਵ ਸੰਬੰਧ ਨੂੰ ਸਮਝਣਾ ਕੋਈ ਸੌਖੀ ਬਾਤ ਹੈ। ਹਰ ਸਮਝੀ ਉਹਦੇ 'ਚ ਮੱਕੜੀ ਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ। ਕਹਿੰਦੇ ਮੱਕੜੀ ਜਦੋਂ ਜਾਲਾ ਤਣਦੀ ਹੈ, ਉਹ ਗਵਾਂਢੀਆਂ ਦਾ ਸੂਤ ਨਹੀਂ, ਆਧਾਰਾ ਨਹੀਂ ਲੈ ਕੇ ਆਈ ਕਿਤੋਂ, ਉਹਦੇ ਮੂੰਹ ਦੇ ਵਿੱਚੋਂ ਹੀ ਲੇਸਦਾਰ ਠੋਕ ਹੈ, ਤੇ ਉਹ ਫਿਰ ਬਣਦੀ ਵੀ ਆਪ ਹੀ ਹੈ। ਉਹ ਮੱਕੜੀ ਜਿਹੜੀ ਹੈ ਜਾਲੇ ਦਾ ਉਪਾਦਾਨ ਕਾਰਨ ਵੀ ਹੈ, ਨਿਮਿਤ ਕਾਰਨ ਵੀ ਹੈ। ਤੇ ਉਪਾਦਾਨ ਕਾਰਨ ਉਹਦਾ ਸਥੂਲ ਸਰੀਰ ਹੈ, ਨਿਮਿਤ ਕਾਰਨ ਉਹਦਾ ਸੂਖਮ ਸਰੀਰ ਹੈ। ਇੰਨਾ ਕੁ ਭੇਦ ਹੈ ਵਿਦਾਂਤ ਵਿੱਚ। ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਜਦੋਂ ਸੰਸਾਰ ਨੂੰ ਸਾਜਦਾ ਹੈ, ਉਹਨੇ ਮਟੀਰੀਅਲ ਕਿਸੇ ਹੋਰ ਥਾਂ ਤੋਂ ਨਹੀਂ ਲਿਆ। ਇਸ ਕਰਕੇ ਉਹ ਨਿਮਿਤ ਕਾਰਨ ਵੀ ਆਪ ਹੀ ਹੈ, ਉਪਾਦਾਨ ਕਾਰਨ ਵੀ ਹੈ। ਤੋ ਕਰਨ ਕਾਰਨ ਉਹ ਸਮਰਥ ਸਰਬ ਸ਼ਕਤੀਮਾਨ ਹੈ ਪ੍ਰਭੂ ਵਾਹਿਗੁਰੂ। ਜੋ ਕਰੇ ਸੋ ਹੋਈ, ਜੋ ਕਰਨਾ ਚਾਹੁੰਦਾ ਉਹ ਹੁੰਦਾ ਹੈ, ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ। ਹੁਕਮ ਦੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਫਿਰ ਮੈਂ ਥਾਪ ਉਥਾਪਦਾ, ਇੱਕ ਛਿਣ ਦੇ ਵਿੱਚ ਹੀ ਸੰਸਾਰ ਦੀ ਸਥਾਪਨਾ ਕਰ ਦਿੰਦਾ। ਇੱਕ ਛਿਣ ਦੇ ਵਿੱਚ ਵੀ ਉਥਾਪਨਾ ਲੈਤਾ ਕਰਦਾ। ਹਰਨ ਭਰਨ ਜਾ ਕਰ ਨੇਤਰ ਫੋਰ, ਐਸਾ ਵਾਹਿਗੁਰੂ ਹੈ। ਖਿਨ ਮੈਂ ਥਾਪ ਉਥਾਪਦਾ, ਇੱਕ ਖਿਨ ਦੇ ਵਿੱਚ ਹੀ ਇਹ ਜਿਹੜੇ ਨੇ ਕਾਮ ਕ੍ਰੋਧ ਆਦਿ ਸਾਡੇ ਇਸ ਦੇਹ ਦੇ ਵਿੱਚ ਇਹਨਾਂ ਦੀ ਸਥਾਪਨਾ ਕੀਤੀ ਹੈ। ਇੱਕ ਖਿਨ ਦੇ ਵਿੱਚ ਉਹ ਸਥਾਪਨਾ ਬ੍ਰਹਮ ਗਿਆਨ ਦੇ ਕੇ ਗੁਰੂ ਦੁਆਰਾ ਉਹਨਾਂ ਨੂੰ ਫੁੱਟ ਵੀ ਦਿੰਦਾ ਹੈ। ਖਿਨ ਮੈਂ ਥਾਪ ਉਥਾਪਦਾ, ਇੱਕ ਖਿਨ ਦੇ ਵਿੱਚ ਅਗਿਆਨ ਸਾਰਿਆਂ ਦੇ ਹਿਰਦੇ ਥਾਪਿਆ ਹੋਇਆ ਹੈ, ਇੱਕ ਖਿਨ ਦੇ ਵਿੱਚ ਬ੍ਰਹਮ ਗਿਆਨ ਦੇ ਵੀ ਉਥਾਪ ਦਿੰਦਾ, ਕੱਟ ਦਿੰਦਾ ਹੈ। ਐਸਾ ਵਾਹਿਗੁਰੂ ਹੈ। ਹੋਰ ਵੀ ਅਰਥ ਜਾਣਨੇ ਇਸਦੇ। ਇਸ ਬਿਨ ਨਹੀਂ ਕੋਈ, ਉਹ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਖੰਡ ਬ੍ਰਹਮੰਡ ਪਾਤਾਲ ਦੀਪ, 9 ਖੰਡ ਜਿਹੜਾ ਅੱਜ ਨਾਭ ਰਾਜਾ ਹੋਇਆ, ਸਾਸ ਜਿਹਦੇ ਜਿਹੜੇ ਪੁੱਤਰ ਸੀ, ਉਹਨਾਂ ਪੁੱਤਰਾਂ ਦੇ ਨਾਮ ਤੇ ਜਿਹੜੇ ਖੰਡ ਹੈ ਕਿ ਸਮੇਰ ਪਰਬਤ ਤੋਂ ਜਿਹੜੀਆਂ ਨਦੀਆਂ ਚੱਲਦੀਆਂ ਨੇ, ਤੇ ਉਹ 9 ਨਦੀਆਂ ਨੇ। ਉਹ ਤਾਂ 999 ਨਦੀਆਂ ਨੇ ਭਾਈ ਗੁਰਦਾਸ ਨੇ ਲਿਖੀ। ਇਹ 9 ਨਦੀਆਂ ਜਿਨ੍ਹਾਂ ਦੇ ਵਿਚਾਲੜੀ ਧਰਤੀ ਹੈ, ਉਹਨੂੰ ਇੱਕ ਖੰਡ ਕਹਿੰਦੇ ਆ। ਉਹ ਟੁਕੜਾ ਹੋ ਗਿਆ। ਅੱਜ ਰਾਜੇ ਦੇ ਜਿਹੜੇ 9 ਪੁੱਤਰ ਸੀ, 9 ਨੂੰ ਇੱਕ ਇੱਕ ਖੰਡ ਦਾ ਰਾਜ ਦਿੱਤਾ ਸੀ। ਇਸ ਕਰਕੇ 9 ਖੰਡਾਂ ਦਾ ਨਾਮ ਪਿਆ ਰੋ ਵਿਚਾਰ। ਤੋ ਇਸ ਪ੍ਰਕਾਰ 9 ਖੰਡ 7 ਦੀਪ ਜਿਹੜੇ ਰਚੇ ਨੇ, ਤੇ ਪਤਾਲ ਸਾਤੇ ਸਾਰਿਆਂ ਦਾ ਮਾਲਕ ਵਾਹਿਗੁਰੂ ਹੀ ਹੈ ਰਚਣ ਵਾਲਾ। ਉਹਦੇ ਵਿੱਚ ਮਿਲਿਆ ਹੋਇਆ ਹੈ। ਰਵਿਆ ਸਭ ਲੋਈ, ਸਾਰਿਆਂ ਲੋਕਾਂ ਦੇ ਵਿੱਚ ਮਿਲ ਰਿਹਾ ਹੈ। ਲੋਈ ਪ੍ਰਕਾਸ਼ ਰੂਪ ਹੈ। ਜਿਸ ਆਪ ਬੁਝਾਏ ਸੋ ਬੁਝਸੀ, ਜਿਹਨੂੰ ਆਪ ਬੁਝਾਏ ਜਣਾਉਣਾ ਚਾਹੇ ਸੋ ਬੁਝਸੀ, ਉਹੀ ਜਾਣੇਗਾ। ਨਿਰਮਲ ਜਾਨ ਸੋਈ, ਉਹ ਭਾਈ ਜਨ ਸੋ ਸੇਵਕ ਜਿਹੜਾ ਹੈ, ਬ੍ਰਹਮ ਗਿਆਨ ਦੇ ਨਾਲ ਨਿਰਮਲ ਸੁੱਧ ਸਰੂਪ ਵਾਹਿਗੁਰੂ ਦਾ ਸਰੂਪ ਹੋ ਜਾਂਦਾ ਹੈ। ਇੱਥੇ ਸਾਥੀ ਸਮਾਪਤੀ। ਉਹਨਾਂ ਦੁੱਖਾਂ ਦੀ ਖਿਮਾ ਕਰਕੇ ਬੋਲ ਦਿੱਤਾ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ।
ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समर्थ अगम पूरन मोहे मया तार, अंधकूप महाभयान नानक पार उतार। आए प्रभु शरणागति कृपा नित दया, एक अकर हर मन वस नानक होत निहार। वाहिगुरु नाम जहाज है चढ़े सो तरे पार, जो श्रद्धा कर सेव दे पार उतारन मार। जो श्रद्धा कर सेव दे पार उतारन हार। वाहिगुरु जी का ਖਾਲਸਾ ਵਾਹਿਗੁਰੂ ਜੀ ਕੀ ਫਤਿਹ।